सत श्री अकाल, तुसीं देख रहे हो पंजाब मेल यूएसए टीवी। मैं वरुण कौर मान। खबरां दे बुलेटिन 'ਚ ਤੁਹਾਡਾ ਸਵਾਗਤ। पेश ने पहला चोण ਦੀਆਂ खबरां। अमेरिका ਦਾ ਬਾਰਡਰ ਟੱਪ ਗਏ 5 ਲੱਖ ਪ੍ਰਵਾਸੀ, ਦੇਖਦੇ ਰਹਿ ਗਏ ਅਫਸਰ। ਯਾਤਰੀਆਂ ਲਈ ਖਾਸ ਖਬਰ, ਅੰਮ੍ਰਿਤਸਰ ਤੋਂ ਲੰਡਨ ਲਈ 2 ਨਵੀਆਂ ਉਡਾਣਾਂ ਹੋਣਗੀਆਂ ਸ਼ੁਰੂ। ਕੈਨੇਡਾ ਵਿੱਚ ਸਟੱਡੀ ਵੀਜ਼ਾ ਮਿਲਣਾ ਹੋਇਆ ਔਖਾ, ਟੌਪਰਾਂ ਨੂੰ ਵੀ ਹੋਣ ਲੱਗਾ ਹੈ ਵੀਜ਼ਾ ਮਿਲਣ ਤੋਂ ਇਨਕਾਰ। ਸਪਾਈਸ ਜੈਟ ਨੂੰ 8 ਹਫ਼ਤਿਆਂ ਲਈ 50% ਪ੍ਰਵਾਨਿਤ ਉਡਾਣਾਂ ਚਲਾਉਣ ਦੇ ਆਦੇਸ਼। 50% ਉਡਾਣਾਂ ਤੇ 8 ਹਫ਼ਤਿਆਂ ਤੱਕ ਲਗਾਈ ਗਈ ਰੋਕ। ਇਮੀਗ੍ਰੇਸ਼ਨ ਤੇ ਆਪਣਾ ਕੰਟਰੋਲ ਚਾਹੁੰਦੇ ਨੇ ਕੈਨੇਡਾ ਦੇ 4 ਸੂਬੇ। ਅਮਰੀਕੀ ਰਾਸ਼ਟਰਪਤੀ ਬਾਈਡਨ ਨੇ ਕਰੋਨਾ ਨੂੰ ਦਿੱਤੀ ਮਾਤ। ਅਮਰੀਕਾ ਤੋਂ ਮੰਦਭਾਗੀ ਖਬਰ, 6 ਸਾਲ ਦੇ ਬੱਚੇ ਨੇ ਛੋਟੀ ਭੈਣ ਨੂੰ ਮਾਰੀ ਗੋਲੀ, ਮਾਤਾ ਪਿਤਾ ਗ੍ਰਿਫਤਾਰ। ਬੰਬ ਧਮਾਕੇ ਨਾਲ ਫਿਰ ਹਿੱਲਿਆ ਕਾਬੁਲ ਦਾ ਗੁਰਦੁਆਰਾ ਸਾਹਿਬ, ਤਾਲਿਬਾਨ ਨੇ ਕੀਤਾ ਸੀ ਸੁਰੱਖਿਆ ਦਾ ਵਾਅਦਾ। ਕਿਮ ਦੀ ਅਮਰੀਕਾ ਦੱਖਣੀ ਕੋਰੀਆ ਨੂੰ ਧਮਕੀ, ਜੰਗ ਦੌਰਾਨ ਕਰਾਂਗੇ ਪਰਮਾਣੂ ਹਥਿਆਰਾਂ ਦੀ ਵਰਤੋਂ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਕੁਝ ਹੋਰ ਖਬਰਾਂ। ਅਮਰੀਕਾ ਜਾਣ ਦਾ ਹਰ ਕੋਈ ਸੁਪਨਾ ਵੇਖਦਾ ਹੈ, ਹਰ ਕੋਈ ਚਾਹੁੰਦਾ ਹੈ ਕਿ ਉਹ ਅਮਰੀਕਾ ਜਾ ਕੇ ਆਪਣਾ ਭਵਿੱਖ ਸਵਾਰੇ। ਇਸੇ ਦਰਮਿਆਨ ਅਮਰੀਕਾ ਤੋਂ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਅਮਰੀਕਾ ਦੀ ਸਰਹੱਦ ਜੋ ਵੱਖ-ਵੱਖ ਦੇਸ਼ਾਂ ਦੇ ਨਾਲ ਲੱਗਦੀ ਹੈ, ਉਸ ਸਰਹੱਦ ਨੂੰ 5 ਲੱਖ ਪ੍ਰਵਾਸੀ ਗੈਰ ਕਾਨੂੰਨੀ ਤਰੀਕੇ ਨਾਲ ਟੱਪ ਗਏ ਨੇ। ਇਹਨਾਂ ਵਿੱਚੋਂ ਕਿਸੇ ਨੂੰ ਵੀ ਰੋਕਿਆ ਨਹੀਂ ਗਿਆ ਤੇ ਨਾ ਹੀ ਕੋਈ ਕਾਰਵਾਈ ਕੀਤੀ ਗਈ ਹੈ। ਸਰਹੱਦ ਪਾਰ ਕਰਦੇ ਪ੍ਰਵਾਸੀਆਂ ਦੀਆਂ ਤਸਵੀਰਾਂ ਤੱਕ ਕੈਮਰੇ ਵਿੱਚ ਕੈਦ ਹੋ ਗਈਆਂ ਨੇ, ਪਰ ਇਸ ਦੇ ਬਾਵਜੂਦ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ। ਆਮ ਤੌਰ ਤੇ ਵੇਖਿਆ ਜਾਂਦਾ ਹੈ ਕਿ ਕਈ ਪ੍ਰਵਾਸੀ ਡੌਂਕੀ ਲਾ ਕੇ ਜਦੋਂ ਮੈਕਸੀਕੋ ਦੇ ਜੰਗਲਾਂ ਵਿੱਚ ਹੁੰਦੇ ਹੋਏ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਨੇ ਤਾਂ ਉਹ ਅਕਸਰ ਉੱਥੇ ਤਾਇਨਾਤ ਸੁਰੱਖਿਆ ਏਜੰਸੀਆਂ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਜਾਂਦੇ ਨੇ। ਪਰ ਅਜਿਹੇ ਵਿੱਚ ਇਹਨਾਂ 5 ਲੱਖ ਲੋਕਾਂ ਵੱਲੋਂ ਇਸ ਤਰ੍ਹਾਂ ਸਰਹੱਦ ਨੂੰ ਪਾਰ ਕਰਨਾ ਹੈਰਾਨੀ ਵਾਲੀ ਗੱਲ ਹੈ। ਫੋਕਸ ਨਿਊਜ਼ ਦੀ ਰਿਪੋਰਟ ਮੁਤਾਬਕ ਇਹਨਾਂ ਪ੍ਰਵਾਸੀਆਂ ਨੂੰ ਸਰਹੱਦ ਪਾਰ ਕਰਦਿਆਂ ਨੂੰ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਏਜੰਟਾਂ ਨੇ ਵੀ ਵੇਖਿਆ ਸੀ, ਪਰ ਇਹ ਪ੍ਰਵਾਸੀ ਬਿਨਾਂ ਕਿਸੇ ਅੜਿੱਕੇ ਦੇ ਸਰਹੱਦ ਪਾਰ ਕਰ ਗਏ। ਪਿਛਲੇ ਸਾਲ ਅਕਤੂਬਰ ਤੋਂ ਹੁਣ ਤੱਕ ਦੇ ਅੰਕੜਿਆਂ ਮੁਤਾਬਕ ਹਰ ਮਹੀਨੇ ਔਸਤਨ 55,000 ਪ੍ਰਵਾਸੀ ਬਿਨਾਂ ਕਿਸੇ ਅੜਿੱਕੇ ਤੋਂ ਅਮਰੀਕਾ ਆ ਰਹੇ ਨੇ। ਇਹਨਾਂ ਪ੍ਰਵਾਸੀਆਂ ਵਿੱਚ ਪੰਜਾਬੀਆਂ ਦੀ ਵੱਡੀ ਗਿਣਤੀ ਸ਼ਾਮਲ ਦੱਸੀ ਜਾ ਰਹੀ ਹੈ। ਸਤੰਬਰ ਵਿੱਚ ਖਤਮ ਹੋ ਰਹੇ ਵਿੱਤੀ ਸਾਲ ਵਿੱਚ ਕੁੱਲ ਅੰਕੜਾ 6 ਲੱਖ ਤੋਂ ਵੀ ਟੱਪ ਸਕਦਾ ਹੈ। ਜਾਣਕਾਰੀ ਇਹ ਵੀ ਸਾਹਮਣੇ ਆਈ ਹੈ ਕਿ ਗ੍ਰਹਿ ਮੰਤਰੀ ਐਲੈਜੈਂਡਰੋ ਮਯੋਰਾਕਸ ਨੇ ਇਸ ਸਾਲ ਅਪ੍ਰੈਲ ਵਿੱਚ ਮੰਨਿਆ ਸੀ ਕਿ 2021 ਵਿੱਚ ਵਿੱਤੀ ਸਾਲ ਦੌਰਾਨ 3,90,000 ਪ੍ਰਵਾਸੀ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਆਏ, ਜਿਨ੍ਹਾਂ ਨੂੰ ਸਰਹੱਦ ਤੇ ਕਿਸੇ ਨੇ ਨਹੀਂ ਰੋਕਿਆ। ਅੰਮ੍ਰਿਤਸਰ ਅੰਤਰਰਾਸ਼ਟਰੀ ਸ੍ਰੀ ਗੁਰੂ ਰਾਮਦਾਸ ਹਵਾਈ ਅੱਡਾ ਪਹਿਲਾਂ ਨਾਲੋਂ ਵੀ ਵੱਧ ਤਰੀਕੇ ਨਾਲ ਕੰਮ ਕਰ ਰਿਹਾ ਹੈ। ਪਿਛਲੇ ਸਮੇਂ ਨਾਲੋਂ ਯਾਤਰੀਆਂ ਦੀ ਗਿਣਤੀ ਵਿੱਚ 18% ਵਾਧਾ ਕਰਨ ਤੋਂ ਬਾਅਦ ਹੁਣ ਇੱਥੇ ਲੰਡਨ ਜਾਣ ਵਾਲੀਆਂ 2 ਹੋਰ ਉਡਾਣਾਂ ਦਾ ਵਾਧਾ ਹੋ ਰਿਹਾ ਹੈ। ਜਾਣਕਾਰੀ ਅਨੁਸਾਰ ਅੰਮ੍ਰਿਤਸਰ ਹਵਾਈ ਅੱਡੇ ਤੋਂ ਹੰਸ ਏਅਰਲਾਈਨਜ਼ ਅਤੇ ਏਅਰਪੌਪ ਨਾਂ ਦੀਆਂ 2 ਏਅਰਲਾਈਨਜ਼ ਸਤੰਬਰ ਤੋਂ ਅੰਮ੍ਰਿਤਸਰ ਹਵਾਈ ਅੱਡੇ ਤੋਂ ਉਡਾਣ ਭਰਨ ਦੀ ਤਿਆਰੀ ਕਰ ਰਹੀਆਂ ਨੇ। ਇਹਨਾਂ ਦੋਵਾਂ ਉਡਾਣਾਂ ਦੇ ਵਧਣ ਨਾਲ ਪੰਜਾਬ ਦੇ ਦੂਸਰੇ ਸ਼ਹਿਰਾਂ ਦੇ ਹਵਾਈ ਯਾਤਰੀਆਂ ਨੂੰ ਵੀ ਦਿੱਲੀ ਵੱਲ ਨਹੀਂ ਜਾਣਾ ਪਏਗਾ, ਉਹਨਾਂ ਨੂੰ ਇੱਥੋਂ ਹੀ ਇਹ ਸਹੂਲਤ ਮਿਲੇਗੀ। ਇਹ ਦੱਸਣਾ ਜ਼ਰੂਰੀ ਹੈ ਕਿ ਕੋਵਿਡ-19 ਤੋਂ ਪਹਿਲਾਂ ਦੇ ਸਮੇਂ ਵਿੱਚ 24 ਲੱਖ ਯਾਤਰੀ ਅੰਮ੍ਰਿਤਸਰ ਹਵਾਈ ਅੱਡੇ ਤੇ ਆਉਂਦੇ ਜਾਂਦੇ ਸਨ, ਜਦਕਿ ਕੋਵਿਡ-19 ਦੇ ਦੌਰ ਵਿੱਚ ਇਹਨਾਂ ਦੀ ਗਿਣਤੀ 60% ਤੋਂ ਵੀ ਘੱਟ ਹੋ ਗਈ ਸੀ। ਹੁਣ ਯਾਤਰੀਆਂ ਦਾ ਰੁਝਾਨ ਵੱਧ ਜਾਣ ਕਾਰਨ ਕੋਵਿਡ-19 ਦੀ ਸਥਿਤੀ ਨਾਲ ਅਸੀਂ ਅੱਗੇ ਵੱਧ ਚੁੱਕੇ ਨੇ ਅਤੇ ਆਉਣ ਵਾਲੇ 2 ਮਹੀਨਿਆਂ ਵਿੱਚ ਇਹ ਗਿਣਤੀ 28 ਲੱਖ ਨੂੰ ਪਾਰ ਹੋ ਜਾਏਗੀ। ਕੈਨੇਡਾ ਵੱਲੋਂ ਹਾਲ ਹੀ ਵਿੱਚ ਸਟੱਡੀ ਵੀਜ਼ਾ ਤੋਂ ਇਨਕਾਰ ਦੀ ਦਰ ਬੀਤੇ ਸਾਲਾਂ ਦੇ ਮੁਕਾਬਲੇ ਬਹੁਤ ਵੱਧ ਚੁੱਕੀ ਹੈ। ਇਸ ਕਾਰਨ ਦੇਸ਼ ਅਤੇ ਵਿਦੇਸ਼ ਤੋਂ ਕੈਨੇਡਾ ਵਿੱਚ ਪੱਕੇ ਹੋਣ ਦੇ ਚਾਹਵਾਨ ਨੌਜਵਾਨਾਂ ਨੂੰ ਆਪਣੇ ਭਵਿੱਖ ਦੀ ਚਿੰਤਾ ਹੋ ਰਹੀ ਹੈ। ਕੈਨੇਡਾ ਨੇ ਵੱਡੀ ਗਿਣਤੀ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਆਈਲੈਟਸ ਵਿੱਚ ਚੰਗੇ ਸਕੋਰ ਅਤੇ ਚੰਗੀ ਪ੍ਰੋਫਾਈਲ ਹੋਣ ਦੇ ਬਾਵਜੂਦ ਵਿਦਿਆਰਥੀਆਂ ਦੀਆਂ ਵੀਜ਼ਾ ਅਰਜ਼ੀਆਂ ਰੱਦ ਕੀਤੀਆਂ ਜਾ ਰਹੀਆਂ ਨੇ, ਜਿੱਥੇ ਕਿ ਕੋਵਿਡ-19 ਮਹਾਮਾਰੀ ਤੋਂ ਪਹਿਲਾਂ ਇਹ ਦਰ 15% ਤੋਂ 20% ਦੇ ਵਿਚਕਾਰ ਸੀ। ਹੁਣ ਵੀਜ਼ਾ ਰੱਦ ਹੋਣ ਦੀ ਦਰ 40% ਤੋਂ 50% ਤੱਕ ਦੱਸੀ ਜਾ ਰਹੀ ਹੈ। ਵੀਜ਼ਾ ਸਲਾਹਕਾਰ ਅਨੁਜ ਪਾਰਕ ਦੇ ਅਨੁਸਾਰ ਕੈਨੇਡਾ ਦੇ ਵਿਦਿਆਰਥੀ ਵੀਜ਼ਾ ਰੱਦ ਹੋਣ ਦੀ ਦਰ ਇਸ ਸਾਲ ਦੁੱਗਣੀ ਤੋਂ ਵੱਧ ਹੋ ਗਈ ਹੈ, ਜਿਸ ਨਾਲ ਬਹੁਤ ਸਾਰੇ ਵਿਦਿਆਰਥੀ ਸਹੀ ਸਕੋਰ ਅਤੇ ਕਾਗਜ਼ੀ ਕਾਰਵਾਈ ਦੇ ਬਾਵਜੂਦ ਰੱਦ ਹੋ ਗਏ ਨੇ। ਇਸ ਦੇ ਨਾਲ ਹੀ ਵੀਜ਼ਾ ਸਲਾਹਕਾਰ ਪਾਵਨ ਠਾਕਰ ਦਾ ਕਹਿਣਾ ਹੈ ਕਿ ਕੋਵਿਡ ਮਹਾਮਾਰੀ ਤੋਂ ਪਹਿਲਾਂ ਸਵੀਕ੍ਰਿਤੀ ਦਰ 85% ਸੀ, ਜੋ ਹੁਣ ਘਟ ਕੇ 55% ਰਹਿ ਗਈ ਹੈ। ਇਹ ਲੰਬਿਤ ਅਰਜ਼ੀਆਂ ਦੀ ਵੱਧਦੀ ਗਿਣਤੀ ਕਾਰਨ ਹੋ ਸਕਦਾ ਹੈ। ਅੰਗਰੇਜ਼ੀ ਦੇ ਗਿਆਨ ਦੇ ਟੈਸਟ ਬਾਰ-ਬਾਰ ਦੇ ਕੇ ਅਤੇ ਬੈਂਡ ਵਾਧੂ ਆਉਣ ਦੇ ਬਾਵਜੂਦ ਵੀ ਬਿਨੇਕਾਰਾਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ। ਕਈ ਵਿਦਿਆਰਥੀਆਂ ਦੇ ਕੇਸ 3-4 ਵਾਰ ਰੱਦ ਹੋ ਚੁੱਕੇ ਨੇ। ਇਕਨੋਮਿਕ ਟਾਈਮਜ਼ ਵਿੱਚ ਛਪੀ ਖਬਰ ਮੁਤਾਬਕ ਸਲਾਹਕਾਰਾਂ ਦਾ ਮੰਨਣਾ ਹੈ ਕਿ ਕੈਨੇਡਾ ਵੀਜ਼ਾ ਅਰਜ਼ੀਆਂ ਨੂੰ ਰੱਦ ਕਰਨ ਦੀ ਵੱਧਦੀ ਦਰ ਹੈਰਾਨੀਜਨਕ ਹੈ।
ਆਪਣੇ ਖੇਤਰ ਵਿੱਚ ਗੋਲਡ ਮੈਡਲ ਜਿੱਤਣ ਵਾਲੇ ਅਤੇ ਟੌਪਰ ਰਹੇ ਵਿਦਿਆਰਥੀਆਂ ਨੂੰ ਵੀ ਉੱਚ ਸਿੱਖਿਆ ਦੇ ਮੌਕੇ ਤੋਂ ਵਾਂਝੇ ਰੱਖਿਆ ਜਾ ਰਿਹਾ, ਜਦੋਂ ਕਿ ਪਹਿਲਾਂ ਚੰਗੇ ਪ੍ਰੋਫਾਈਲ ਵਾਲੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਲਈ ਵੀਜ਼ਾ ਮਿਲਣਾ ਲਗਭਗ ਤੈਅ ਸੀ। ਸਲਾਹਕਾਰਾਂ ਦਾ ਅੰਦਾਜ਼ਾ ਹੈ ਕਿ ਕੋਵਿਡ-19 ਕਾਰਨ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਉੱਚ ਸਿੱਖਿਆ ਲਈ ਵਿਦੇਸ਼ੀ ਵਿਦਿਆਰਥੀਆਂ ਤੇ ਰੋਕ ਲੱਗੀ ਹੋਈ ਹੈ, ਜਿਸ ਨਾਲ ਵਿਦਿਆਰਥੀ ਹੁਣ ਕੈਨੇਡਾ ਵੱਲ ਰੁਖ ਕਰ ਰਹੇ ਨੇ। ਇਸ ਕਾਰਨ ਬਿਨੇਕਾਰਾਂ ਦੀ ਗਿਣਤੀ ਵਿੱਚ ਕਾਫੀ ਵਾਧਾ ਹੋਇਆ ਹੈ। ਬੀਤੇ ਸਮੇਂ ਵਿੱਚ ਕੈਰੀਅਰ ਕਾਲਜਾਂ ਦੇ ਪ੍ਰਬੰਧਕ ਕਾਰਜਾਂ ਵਿੱਚ ਖਾਮੀ ਕਾਰਨ ਕੈਨੇਡਾ ਸਰਕਾਰ ਨੂੰ ਕਈ ਸ਼ਿਕਾਇਤਾਂ ਮਿਲੀਆਂ ਤੇ ਪਤਾ ਲੱਗਿਆ ਕਿ ਮੁੰਡੇ ਅਤੇ ਕੁੜੀਆਂ ਦਾ ਉਦੇਸ਼ ਪੜ੍ਹਾਈ ਕਰਨਾ ਨਹੀਂ, ਸਗੋਂ ਇੱਥੇ ਪੱਕੇ ਹੋਣਾ ਹੈ। ਭ੍ਰਿਸ਼ਟਾਚਾਰ ਵੀ ਵੱਧ ਗਿਆ ਹੈ। ਇਸ ਖਬਰਾਂ ਦੇ ਅਨੁਸਾਰ ਇਮੀਗ੍ਰੇਸ਼ਨ ਵਿਭਾਗ ਕੋਲ ਇਸ ਸਮੇਂ ਵੀ 25,000 ਤੋਂ ਵੱਧ ਅਰਜ਼ੀਆਂ ਵਿਚਾਰ ਅਧੀਨ ਨੇ। ਵੀਜ਼ਾ ਸਲਾਹਕਾਰ ਅੰਕਿਤ ਮਿਸਤਰੀ ਨੇ ਕਿਹਾ ਕਿ ਸਵੀਕਾਰ ਕਰਨ ਲਈ ਕੋਈ ਰਸਮੀ ਸਪਸ਼ਟੀਕਰਨ ਨਹੀਂ ਹੈ, ਪਰ ਹੈਰਾਨੀਜਨਕ ਹੈ ਕਿਉਂਕਿ ਜ਼ਿਆਦਾਤਰ ਵਿਦਿਆਰਥੀਆਂ ਦੇ ਅਕਾਦਮਿਕ ਪ੍ਰੋਫਾਈਲ ਅਤੇ ਸਹੀ ਕਾਗਜ਼ਾਤ ਨੇ। ਅਸਾਧਾਰਨ ਤੌਰ ਤੇ ਵੱਧ ਰਹੀ ਅਸਵੀਕਾਰਨ ਦਾ ਦਰ ਕਾਰਨ ਕੈਨੇਡਾ ਜਾਣ ਵਾਲੇ ਵਿਦਿਆਰਥੀ ਬਹੁਤ ਦਬਾਅ ਵਿੱਚ ਨੇ। ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ ਯਾਨੀ ਕਿ DGCA ਨੇ ਸਪਾਈਸ ਜੈਟ ਤੇ ਵੱਡੀ ਕਾਰਵਾਈ ਕਰਦੇ ਹੋਏ 50% ਉਡਾਣਾਂ ਤੇ 8 ਹਫ਼ਤਿਆਂ ਲਈ ਪਾਬੰਦੀ ਲਗਾ ਦਿੱਤੀ ਹੈ। ਹੁਣ ਕੇਵਲ 50% ਉਡਾਣਾਂ ਹੀ ਚੱਲਣਗੀਆਂ। DGCA ਨੇ ਇਹ ਕਾਰਵਾਈ ਆਪਣੇ ਜਹਾਜ਼ ਵਿੱਚ ਖਰਾਬੀ ਦੇ ਮੱਦੇਨਜ਼ਰ ਕੀਤੀ ਹੈ। DGCA ਵੱਲੋਂ ਜਾਰੀ ਅੰਤਰਿਮ ਹੁਕਮ ਵਿੱਚ ਕਿਹਾ ਗਿਆ ਹੈ ਕਿ 1 ਅਪ੍ਰੈਲ ਤੋਂ 5 ਜੁਲਾਈ ਦਰਮਿਆਨ ਵਾਪਰੀ ਘਟਨਾ ਦਾ ਵੀ ਜ਼ਿਕਰ ਕੀਤਾ ਗਿਆ ਹੈ। DGCA ਨੇ ਕਿਹਾ ਕਿ ਸਪਾਈਸ ਜੈਟ ਇੱਕ ਸੁਰੱਖਿਅਤ, ਕੁਸ਼ਲ ਅਤੇ ਭਰੋਸੇਮੰਦ ਹਵਾਈ ਆਵਾਜਾਈ ਸੇਵਾ ਸਥਾਪਿਤ ਕਰਨ ਵਿੱਚ ਅਸਫਲ ਰਹੀ ਹੈ। ਆਦੇਸ਼ ਵਿੱਚ ਕਿਹਾ ਗਿਆ ਹੈ ਕਿ 에ਅਰਲਾਈਨਜ਼ ਇਸ ਨੂੰ ਰੋਕਣ ਲਈ ਉਪਾਅ ਕਰ ਰਹੀਆਂ ਨੇ, ਪਰ ਉਸ ਨੂੰ ਸੁਰੱਖਿਅਤ ਅਤੇ ਭਰੋਸੇਮੰਦ ਹਵਾਈ ਸੇਵਾ ਲਈ ਆਪਣੇ ਯਤਨ ਜਾਰੀ ਰੱਖਣ ਦੀ ਲੋੜ ਹੈ। DGCA ਦੀ ਕਾਰਵਾਈ ਤੋਂ ਬਾਅਦ ਸਪਾਈਸ ਜੈਟ ਨੇ ਬਿਆਨ ਜਾਰੀ ਕੀਤਾ ਹੈ। ਕੰਪਨੀ ਨੇ ਕਿਹਾ ਕਿ ਸਾਨੂੰ DGCA ਦਾ ਆਦੇਸ਼ ਮਿਲ ਗਿਆ ਹੈ ਅਤੇ ਅਸੀਂ ਰੈਗੂਲੇਟਰ ਦੇ ਨਿਰਦੇਸ਼ਾਂ ਅਨੁਸਾਰ ਕੰਮ ਕਰਾਂਗੇ। ਮੌਜੂਦਾ ਘੱਟ ਯਾਤਰਾ ਦੇ ਸੀਜ਼ਨ ਕਾਰਨ ਸਪਾਈਸ ਜੈਟ ਨੇ ਹੋਰ 에ਅਰਲਾਈਨਜ਼ ਵਾਂਗ ਪਹਿਲਾਂ ਹੀ ਆਪਣੇ ਫਲਾਈਟ ਸੰਚਾਲਨ ਨੂੰ ਮੁੜ ਤੋਂ ਤੈਅ ਕਰ ਲਿਆ ਸੀ। ਇਸ ਲਈ ਸਾਡੀਆਂ ਉਡਾਣਾਂ ਦੇ ਸੰਚਾਲਨ ਤੇ ਬਿਲਕੁਲ ਕੋਈ ਪ੍ਰਭਾਵ ਨਹੀਂ ਪਏਗਾ। ਅਸੀਂ ਆਪਣੇ ਯਾਤਰੀਆਂ ਨੂੰ ਭਰੋਸਾ ਦਿਵਾਉਣਾ ਚਾਹੁੰਦੇ ਹਾਂ ਕਿ ਆਉਣ ਵਾਲੇ ਦਿਨਾਂ ਅਤੇ ਹਫ਼ਤਿਆਂ ਵਿੱਚ ਸਾਡੀਆਂ ਉਡਾਣਾਂ ਸਮਾਂ ਸਾਰਣੀ ਦੇ ਅਨੁਸਾਰ ਚੱਲਣਗੀਆਂ। ਇਸ ਆਦੇਸ਼ ਦੇ ਨਤੀਜੇ ਵਜੋਂ ਕੋਈ ਵੀ ਫਲਾਈਟ ਰੱਦ ਨਹੀਂ ਕੀਤੀ ਜਾਏਗੀ। 12 ਜੁਲਾਈ ਨੂੰ ਸਪਾਈਸ ਜੈਟ ਦੀ ਦੁਬਈ ਮਦੁਰਾਈ ਫਲਾਈਟ ਦੇ ਅਗਲੇ ਪਹੀਏ 'ਚ ਖਰਾਬੀ ਆ ਗਈ ਸੀ। ਇਸ ਤੋਂ ਪਹਿਲਾਂ ਵੀ ਕਈ ਅਜਿਹੀਆਂ ਘਟਨਾਵਾਂ ਵਾਪਰੀਆਂ ਜਿਨ੍ਹਾਂ ਨੇ ਜਹਾਜ਼ਾਂ ਤੇ ਸਵਾਲ ਖੜੇ ਕੀਤੇ ਸਨ। DGCA ਨੇ 6 ਜੁਲਾਈ ਨੂੰ ਜਹਾਜ਼ ਵਿੱਚ ਤਕਨੀਕੀ ਖਰਾਬੀ ਦੀਆਂ 8 ਘਟਨਾਵਾਂ ਤੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ। ਹਵਾਬਾਜ਼ੀ ਰੈਗੂਲੇਟਰ ਨੇ ਕਿਹਾ ਸੀ ਕਿ ਸਸਤੀ ਸੇਵਾ ਪ੍ਰਦਾਨ ਕਰਨ ਵਾਲੀ ਕੰਪਨੀ ਸੁਰੱਖਿਅਤ, ਪ੍ਰਭਾਵੀ ਅਤੇ ਭਰੋਸੇਮੰਦ ਹਵਾਈ ਸੇਵਾ ਪ੍ਰਦਾਨ ਕਰਨ ਵਿੱਚ ਅਸਫਲ ਰਹੀ ਹੈ। ਕੈਨੇਡਾ ਵਿੱਚ ਕਾਮਿਆਂ ਦੀ ਭਾਰੀ ਕਮੀ ਨੂੰ ਵੇਖਦਿਆਂ 4 ਸੂਬਾ ਸਰਕਾਰਾਂ ਇਮੀਗ੍ਰੇਸ਼ਨਾਂ ਦਾ ਕੰਟਰੋਲ ਆਪਣੇ ਹੱਥਾਂ ਵਿੱਚ ਲੈਣਾ ਚਾਹੁੰਦੀਆਂ ਨੇ ਅਤੇ ਇਸ ਦੀ ਜ਼ੋਰਦਾਰ ਵਕਾਲਤ ਕਰਦਾ ਪੱਤਰ ਫੈਡਰਲ ਸਰਕਾਰ ਨੂੰ ਲਿਖ ਦਿੱਤਾ ਗਿਆ ਹੈ। ਓਨਟਾਰੀਓ, ਐਲਬਰਟਾ, ਸਸਕੈਚੁਅਨ ਅਤੇ ਮੈਨੀਟੋਬਾ ਵੱਲੋਂ ਇਮੀਗ੍ਰੇਸ਼ਨ ਮੰਤਰੀ ਸੈਂਟ ਫਰੇਜ਼ਰ ਨੂੰ ਲਿਖੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਸੂਬਾ ਸਰਕਾਰਾਂ ਨੂੰ ਆਪਣੀ ਜ਼ਰੂਰਤ ਮੁਤਾਬਕ ਵਧੇਰੇ ਪ੍ਰਵਾਸੀਆਂ ਦੀ ਚੋਣ ਕਰਨ ਦੀ ਆਗਿਆ ਦਿੱਤੀ ਜਾਵੇ। ਮੰਗਲਵਾਰ ਰਾਤ ਸਾਹਮਣੇ ਆਏ ਪੱਤਰ ਵਿੱਚ ਸੂਬਾ ਸਰਕਾਰਾਂ ਨੇ ਕਿਹਾ ਹੈ ਕਿ ਵੱਖ-ਵੱਖ ਖੇਤਰਾਂ ਅਤੇ ਕਮਿਊਨਿਟੀਜ਼ ਵਿੱਚ ਤੇਜ਼ੀ ਨਾਲ ਬਦਲ ਰਹੀਆਂ ਜ਼ਰੂਰਤਾਂ ਨੂੰ ਮੁੱਖ ਰੱਖਦਿਆਂ ਅਜਿਹਾ ਲਚੀਲਾ ਇਮੀਗ੍ਰੇਸ਼ਨ ਸਿਸਟਮ ਲੋੜੀਂਦਾ ਹੈ ਜਿਸ ਰਾਹੀਂ ਆਰਥਿਕ ਤਰੱਕੀ ਯਕੀਨੀ ਬਣਾਈ ਜਾ ਸਕੇ। ਨਿਊ ਬਰੰਜ਼ਵਿਕ ਦੇ ਸੇਂਟ ਜੌਨ ਵਿਖੇ ਸੇਂਟ ਫਰੇਜ਼ਰ ਨਾਲ ਮੁਲਾਕਾਤ ਤੋਂ ਪਹਿਲਾਂ 4 ਰਾਜ ਸਰਕਾਰਾਂ ਨੇ ਕਿਹਾ ਕਿ ਕੈਨੇਡਾ ਨੂੰ ਵਧੇਰੇ ਕਿਰਤੀਆਂ ਦੀ ਜ਼ਰੂਰਤ ਹੈ ਤੇ ਰਾਜਾਂ ਨੂੰ ਕਾਮਿਆਂ ਦੀ ਭਰਤੀ ਕਰਨ ਦਾ ਹੱਕ ਮਿਲਣਾ ਚਾਹੀਦਾ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਬੁੱਧਵਾਰ ਨੂੰ ਕੀਤੀ ਗਈ ਜਾਂਚ ਵਿੱਚ ਕੋਰੋਨਾ ਵਾਇਰਸ ਦੇ ਸੰਕਰਮਣ ਤੋਂ ਮੁਕਤ ਪਾਏ ਗਏ। ਇਸ ਤੋਂ ਪਹਿਲਾਂ ਮੰਗਲਵਾਰ ਰਾਤ ਕੀਤੀ ਗਈ ਜਾਂਚ ਵਿੱਚ ਵੀ ਸੰਕਰਮਣ ਦੀ ਪੁਸ਼ਟੀ ਨਹੀਂ ਹੋਈ ਸੀ। ਜੋ ਬਾਈਡਨ ਦੇ ਡਾਕਟਰ ਦੇ ਹਵਾਲੇ ਤੋਂ ਜਾਰੀ ਪੱਤਰ ਵਿੱਚ ਵਾਈਟ ਹਾਊਸ ਨੇ ਇਹ ਜਾਣਕਾਰੀ ਦਿੱਤੀ ਹੈ। ਹੁਣ ਜੋ ਬਾਈਡਨ ਨੇ ਆਈਸੋਲੇਸ਼ਨ ਨੂੰ ਖਤਮ ਕਰ ਦਿੱਤਾ ਹੈ। 79 ਸਾਲਾ ਜੋ ਬਾਈਡਨ ਨੂੰ ਕੋਰੋਨਾ ਹੋ ਗਿਆ ਸੀ। ਬਾਈਡਨ ਨੇ ਅਮਰੀਕੀਆਂ ਨੂੰ ਕਿਹਾ ਕਿ ਕੋਵਿਡ ਗਿਆਨ ਨਹੀਂ ਹੈ। ਲੋਕਾਂ ਨੂੰ ਇਹ ਵੀ ਦੱਸਿਆ ਗਿਆ ਹੈ ਕਿ ਐਂਟੀ ਕੋਵਿਡ ਵੈਕਸੀਨ ਡੋਜ਼, ਬੂਸਟਰ ਡੋਜ਼ ਅਤੇ ਇਲਾਜ ਰਾਹੀਂ ਗੰਭੀਰ ਰੂਪ ਵਿੱਚ ਬਿਮਾਰ ਹੋਣ ਤੋਂ ਬਚਿਆ ਜਾ ਸਕਦਾ ਹੈ। ਇਨਫੈਕਸ਼ਨ ਤੋਂ ਮੁਕਤ ਹੋਣ ਤੋਂ ਬਾਅਦ ਜੋ ਬਾਈਡਨ ਨੇ ਬੁੱਧਵਾਰ ਨੂੰ ਵਾਈਟ ਹਾਊਸ ਦੇ ਰੋਜ਼ ਗਾਰਡਨ 'ਚ ਆਪਣੇ ਸੰਬੋਧਨ ਦੌਰਾਨ ਜਨਤਾ ਦਾ ਧੰਨਵਾਦ ਕੀਤਾ ਅਤੇ ਕਿਹਾ ਹੁਣ ਮੈਨੂੰ ਓਵਲ ਦਫ਼ਤਰ ਵਾਪਸ ਜਾਣਾ ਪਏਗਾ। ਅਮਰੀਕਾ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ। ਤਾਜ਼ਾ ਘਟਨਾ ਇੰਡੀਆਨਾਪੋਲਿਸ ਦੇ ਉੱਤਰ ਪੂਰਬ ਵਿੱਚ ਮਾਨਸੀ ਸ਼ਹਿਰ ਵਿੱਚ ਵਾਪਰੀ। ਮੰਗਲਵਾਰ ਨੂੰ ਇੱਥੇ ਇੱਕ 6 ਸਾਲਾ ਬੱਚੇ ਨੇ ਆਪਣੀ 5 ਸਾਲਾ ਭੈਣ ਦੇ ਸਿਰ ਵਿੱਚ
ਗੋਲੀ ਮਾਰ ਦਿੱਤੀ। ਬੱਚੇ ਦੀ ਮੌਕੇ ਤੇ ਮੌਤ ਹੋ ਗਈ। ਪੁਲਿਸ ਨੇ ਇਸ ਸੰਬੰਧੀ ਉਸਦੇ ਮਾਪਿਆਂ ਨੂੰ गिरफ्तार कर लिया है। पुलिस ने दस्सिया कि जाकब ग्रेसन ने जांचकर्तावां नूं दस्सिया कि उसके 6 सालां दे बेटे ने सेफ विच गोलियां नाल भरियां 2 बंदूकां विचों एक नूं चुनिया अते अपनी भैण नूं गोली मार दित्ती। उप पुलिस मुखी मैलिसा ने कहा कि 28 साला ग्रेसन अते उसकी पत्नी किमबरली ग्रेसन नूं गिरफ्तार कर लिया गया। उधर बच्चे ने पुलिस नूं दस्सिया कि उसनूं अपने माता पिता के बैडरूम विच सेफ की चाबी मिली। उस समय उसकी मां सौ रही सी। उसने उत्थों बंदूक चुक के छोटी भैन के सिर विच गोली मार दी। बच्चे की मां ने कहा कि वह अते उसका पति कुछ समय पहला बेटे नूं बंदूक चलाउणा सिखाउण लई उसनूं शूटिंग रेंज ते लैके गए सन। तुहानूं दस दईए कि इस साल अमेरिका विच हुण तक गोलीबारी दीआं 300 तो वध घटनावां हो चुकियां ने। 22 जून नूं अमेरिकी संसद मैंबर ने वधदे विरोध प्रदर्शनां कारण गन सेफ्टी बिल नूं मंजूरी दित्ती है। इस साल संयुक्त राज्य विच 300 तो वध समूहिक गोलीबारी की रिपोर्ट की गई। टैक्सास विच 24 मई नूं होई गोलीबारी विच 19 बच्चियां समेत कई लोग मारे गए सन। 31 मई नूं न्यू ऑरलीन्स विच एक बजुर्ग औरत की गोली मार के हत्या कर दी गई सी। अमेरिका च आज़ादी दिवस परेड दौरान हुई गोलीबारी विच 6 लोगों की मौत हो गई ते 31 जख्मी हुए सन। अफगानिस्तान की राजधानी काबुल विच एक बार फिर धमाके नाल पूरी राजधानी हिल गई है। इस बार बुधवार नूं काबुल के करते परवान गुरुद्वारा साहिब नेड़े बंब धमाका होया। केवल एक महीना पहला ही इस पवित्र स्थान ते इस्लामिक स्टेट के अतवादियों ने हमला किया सी। इस विच कई लोग मारे गए सन। इस हमले बारे वर्ल्ड फोरम ऑफ इंडिया के प्रधान पुरीत सिंह चंडोक ने कहा, हिंदू और सिख भाईचारे के मैंबर सुरक्षित दसे जा रहे हैं। हालांकि होर वेरविਆਂ की उड़ीक है। इस्लामिक स्टेट खुरासन प्रांत ने पिछले महीने गुरुद्वारा साहिब ते हमला किया सी, जिस विच कई सिख ते तालिबानी मारे गए सन। अफगानिस्तान विच सिख भाईचारे समेत घट गिणती भाईचारे अतवादियों के निशाने ते ने। अफगानिस्तान ने अगस्त 2021 विच तालिबान के सत्ता च आउण तो बाद नागरिकां नूं सुरक्षा देने का वादा किया सी, पर देश विच लगातार हो रहे अतवादी हमले न केवल इस दावे नूं बेनकाब कर रहे हैं, सगों देश विच अतवादी गतिविधियां नूं मुड़ शुरू होने की चिंता वधा रहे हैं। माहरां दा मनना है कि अजिहे हमले देश विच अतवादी नवीं लहर नूं हवा दे सकदे ने। अजिहे हमलिਆਂ नूं अंजाम देण वाले छोटे ग्रुपां नूं देश दे अंदरों समर्थन मिल रहा। माहरां दा इह वी मनना है कि अमेरिका ਅਤੇ पश्चिमी देशों ਵੱਲੋਂ युद्धग्रस्त देश के पुनर निर्माण विच हिस्सा न लैण पिछे इन्हां हमलिਆਂ ਦਾ मुख कारण है। पिछले साल अफगानिस्तान विच तालिबान के सत्ता संभालण तो पहलां देश विच हिंदू और सिख भाईचारिਆਂ ਦੀਆਂ गिणती केवल 600 के करीब सी। कई रिपोर्टां अनुसार अफगानिस्तान विच हिंदू और सिख घट गिणती भाईचारे की गिणती लगातार घट रही है। देश के बाकी सारे घट गिणती भाईचारिਆਂ ਨੂੰ मुख्य तौर पर सुन्नी कट्टड़पंथी समूहों के हमलिਆਂ का सामना करना पै रहा। वो सारे लोग जो देश में हिंदू और सिख घट गिणतियां ते हो रहे हमलिਆਂ कारण आर्थिक और समाजिक तौर पर मजबूत ने। उत्तरी कोरिया के नेता किम जोंग उन ने अमेरिका ते दक्षिणी कोरिया नाल संभावित फौजी टकराव विच अपने परमाणु हथियारां की वरतों करने की धमकी दी है। किम का दावा है कि उसके विरोधी कोरियाई प्रायद्वीप नूं जंग वाल तक रहे हैं। किम ने टिप्पणी 1950-53 की कोरियाई जंग की समाप्ति की 69वीं वरेगंढ मौके साबका सैनिकों को संबोधन करदिआं कीती। इस भाषण का उद्देश्य महामारी नाल जुड़ियां आर्थिक मुश्किलों नाल जूझ रहे देश विच अंदरूनी एकता को उत्साहित करना सी। कुछ निरीक्षकों का कहना है कि अमेरिका और दक्षिणी कोरिया खिलाफ उत्तरी कोरिया दीआं धमकियां वध सकदियां ने, क्योंकि दोवें सहयोगी अपने फौजी अभ्यासां नूं वधाउण दी योजना बना रहे हैं, जिसनूं उत्तरी कोरिया हमलावार अभ्यास वजों देखता है। सरकारी कोरियन सेंट्रल न्यूज़ एजेंसी मुताबक किम ने बुधवार नूं एक भाषण विच कहा कि साडीआं हथियारबंद फौजां किसी भी संकट नाल नजिठण लई पूरी तरह तैयार ने अते साडे देश की परमाणु युद्ध समर्था पूरी तरह नाल तैयार है। उन्होंने अमेरिका ते अपनियां दुश्मन नीतियां नूं जायज़ ठहराउण लई उत्तरी कोरिया की खराब तस्वीर पेश करने का दोष लगाया। उन्होंने कहा कि अमेरिका दक्षिणी कोरिया के फौजी अभ्यास अमेरिका के दोहरे मापदंडों का प्रतीक ने, क्योंकि उत्तरी कोरिया दीआं रूटीन फौजी गतिविधियां नूं उकसाउण जां धमकियां वजों दर्शाउंदा है। दरअसल उत्तरी कोरिया के मिसाइल परीक्षण की गल कर रहा सी। अमेरिका के मसौरी राज विच सेंट लुइस के होर हिस्सिਆਂ 'ਚ भारी मीह कारण आए हड़ नाल एक व्यक्ति की मौत हो गई है ते अनेकां कारां ते होर वाहन पानी 'ਚ फस गए ने। मौसम बारे राष्ट्रीय सेवा अनुसार सेंट लुइस मैट्रो खेतर 'ਚ भारी मीह पिया ते इसने पिछले सारे रिकॉर्ड तोड़ दिते। इत्थे 10 इंच तक मीह पिया, जबकि इस तो पहला 1915 विच 6.85 इंच मीह पिया सी। लैबट हवाई अड्डे उपर भी मीह पिया। हेठले इलाकों में हड़ का कारण भी बनिया। राष्ट्रीय मौसम सेवा के विज्ञानी मार्शल के अनुसार सेंट लुइस खेतर विच अद्धी रात के आस पास झक्खड़ दाखल होया ते मीह पैना शुरू हो गया।
ਮੀਂਹ ਨੇ ਕੇਂਦਰੀ ਤੇ ਪੂਰਬੀ ਮਿਸੌਰੀ ਤੇ ਦੱਖਣ ਪੱਛਮ ਇਲੀਨੋਇਸ ਵਿੱਚ ਭਿਆਨਕ ਹੜ੍ਹ ਲਿਆਂਦਾ, ਜਿਸ ਕਾਰਨ ਲੋਕਾਂ ਦੀ ਜਾਨ ਖਤਰੇ ਵਿੱਚ ਪੈ ਗਈ। ਸੇਂਟ ਲੁਈਸ ਅੱਗ ਬੁਝਾਊ ਵਿਭਾਗ ਦੇ ਮੁਖੀ ਡੈਨਿਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ 8.5 ਫੁੱਟ ਪਾਣੀ ਵਿੱਚ ਫਸੀ ਇੱਕ ਕਾਰ ਨੂੰ ਕੱਢਿਆ ਗਿਆ, ਜਿਸ ਦੇ ਡਰਾਈਵਰ ਦੀ ਮੌਤ ਹੋ ਚੁੱਕੀ ਸੀ। ਕਈ ਲੋਕ ਜ਼ਖਮੀ ਵੀ ਹੋਏ ਨੇ, ਜਦਕਿ ਇਮਾਰਤਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ। ਸੇਂਟ ਲੁਈਸ ਵਿੱਚ ਮੀਂਹ ਦਾ ਪਾਣੀ ਘਰਾਂ 'ਚ ਦਾਖਲ ਹੋ ਗਿਆ ਤੇ ਪਾਣੀ ਵਿੱਚ ਫਸੇ 70 ਤੋਂ ਵੱਧ ਸਥਾਨਕ ਵਾਸੀਆਂ ਨੂੰ ਕਿਸ਼ਤੀਆਂ ਰਾਹੀਂ ਕੱਢਿਆ ਗਿਆ। ਮਿਸੌਰੀ ਸਟੇਟ ਹਾਈਵੇ ਗਸ਼ਤੀ ਟੀਮ ਨੇ ਡਰਾਈਵਰਾਂ ਨੂੰ ਕਿਹਾ ਹੈ ਕਿ ਉਹ ਸੇਂਟ ਚਾਰਲਸ ਤੇ ਸੇਂਟ ਕਾਉਂਟੀਜ਼ ਦੀਆਂ ਅੰਤਰਰਾਜੀ ਸੜਕਾਂ ਤੇ ਨਾ ਆਉਣ। ਹਾਲਤ ਆਮ ਵਾਂਗ ਹੋਣ ਨੂੰ ਕੁਝ ਸਮਾਂ ਲੱਗ ਸਕਦਾ ਹੈ। ਅਮਰੀਕਾ ਮੈਕਸੀਕੋ ਸਰਹੱਦ ਤੋਂ ਕਰੀਬ 8 ਮੀਲ ਦੂਰ ਦੱਖਣ ਪੂਰਬੀ ਨਿਊ ਮੈਕਸੀਕੋ ਵਿੱਚ ਬੁੱਧਵਾਰ ਨੂੰ ਇੱਕ ਵਾਹਨ ਪਲਟਣ ਕਾਰਨ 2 ਲੋਕਾਂ ਦੀ ਮੌਤ ਹੋ ਗਈ ਅਤੇ 10 ਜ਼ਖਮੀ ਹੋ ਗਏ। ਸਨਲਾਈਨ ਪਾਰਕ ਦੇ ਅੱਗ ਬੁਝਾਊ ਮੁਖੀ ਡੈਨੀਅਲ ਨੇ ਕਿਹਾ ਕਿ SUV ਵਿੱਚ ਇੱਕ ਵਿਅਕਤੀ ਸਵਾਰ ਸੀ, ਪਰ ਇਹ ਤੁਰੰਤ ਸਪਸ਼ਟ ਨਹੀਂ ਹੋ ਸਕਿਆ ਕਿ ਉਸ ਨੂੰ ਕੋਈ ਸੱਟ ਲੱਗੀ ਹੈ ਜਾਂ ਨਹੀਂ। ਨਿਊ ਮੈਕਸੀਕੋ ਸਟੇਟ ਪੁਲਿਸ ਨੇ 2 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ, ਪਰ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਕਿ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਹਾਦਸੇ ਦੇ ਸਮੇਂ SUV ਕਾਰ ਦਾ ਪਿੱਛਾ ਕਰ ਰਹੇ ਸਨ। ਮੈਦਰਾਨੋ ਨੇ ਦੱਸਿਆ ਕਿ ਜ਼ਖਮੀਆਂ 'ਚੋਂ 2 ਦੀ ਹਾਲਤ ਗੰਭੀਰ ਹੈ ਅਤੇ ਸਾਰਿਆਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਸੰਘੀ ਅਧਿਕਾਰੀਆਂ ਨੇ ਇੱਕ ਬਿਆਨ ਵਿੱਚ ਕਿਹਾ ਕਿ ਇੱਕ US ਬਾਰਡਰ ਪੈਟਰੋਲ ਏਜੰਟ ਨੇ ਘਟਨਾ ਸਥਾਨ ਤੇ ਸਹਾਇਤਾ ਪ੍ਰਦਾਨ ਕੀਤੀ ਹੈ, ਪਰ ਇਹ ਨਹੀਂ ਦੱਸਿਆ ਕਿ ਕਿਸ ਕਿਸਮ ਦੀ ਸਹਾਇਤਾ ਪ੍ਰਦਾਨ ਕੀਤੀ ਗਈ ਸੀ। ਐਲ ਪਾਸੋ ਵਿੱਚ ਮੈਕਸੀਕੋ ਦੇ ਵਣਜ ਦੂਤਘਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਜ਼ਖਮੀਆਂ ਵਿੱਚੋਂ 9 ਮੈਕਸੀਕਨ ਸਨ ਤੇ ਇਹ ਉਹਨਾਂ ਦੀ ਮਦਦ ਕਰ ਰਿਹਾ ਸੀ। ਅਮਰੀਕਾ ਵਿੱਚ ਪਹਿਲਾਂ ਹੀ ਡਾਕਟਰਾਂ ਦੀ ਘਾਟ ਹੈ ਤੇ ਹਸਪਤਾਲਾਂ 'ਚ ਮਰੀਜ਼ਾਂ ਦੀਆਂ ਲੰਬੀਆਂ ਲਾਈਨਾਂ ਦੇਖਣ ਨੂੰ ਮਿਲ ਰਹੀਆਂ ਨੇ। ਉਧਰ ਇਸੇ ਸਾਲ 4 ਲੱਖ ਡਾਕਟਰ ਸੇਵਾ ਮੁਕਤ ਹੋਣ ਜਾ ਰਹੇ ਨੇ, ਜਿਸ ਨਾਲ ਹਾਲਾਤ ਹੋਰ ਮਾੜੇ ਹੋ ਸਕਦੇ ਨੇ। ਦਰਅਸਲ ਕਰੋਨਾ ਮਹਾਮਾਰੀ ਤੋਂ ਬਾਅਦ ਅਮਰੀਕਾ ਦੇ ਹਸਪਤਾਲਾਂ ਵਿੱਚ ਹਾਲਤ ਹੋਰ ਖਰਾਬ ਹੋ ਰਹੇ ਨੇ। ਦੇਸ਼ ਵਿੱਚ ਮੌਜੂਦਾ ਸਮੇਂ 10.73 ਲੱਖ ਯਾਨੀ ਕਿ 10,73,000 ਡਾਕਟਰ ਨੇ। ਇਹਨਾਂ ਵਿੱਚੋਂ ਲਗਭਗ 4 ਲੱਖ ਡਾਕਟਰ ਇਸੇ ਸਾਲ ਰਿਟਾਇਰ ਹੋ ਰਹੇ ਨੇ। ਐਸੋਸੀਏਸ਼ਨ ਆਫ ਅਮਰੀਕਨ ਮੈਡੀਕਲ ਕਾਲਜਾਂ ਵੱਲੋਂ 2020 ਵਿੱਚ ਪ੍ਰਕਾਸ਼ਿਤ ਅੰਕੜਿਆਂ ਮੁਤਾਬਕ ਅਮਰੀਕਾ ਵਿੱਚ 2023 ਤੱਕ 54,000 ਤੋਂ ਲੈ ਕੇ 1,39,000 ਡਾਕਟਰਾਂ ਦੀ ਕਮੀ ਹੋ ਜਾਏਗੀ। ਇਹ ਕਮੀ ਪ੍ਰਾਇਮਰੀ ਅਤੇ ਇੰਟੈਂਸਿਵ ਕੇਅਰ ਦੋਵਾਂ ਖੇਤਰਾਂ ਦੇ ਡਾਕਟਰਾਂ ਦੀ ਹੋਏਗੀ। ਪਲਮੋਨੋਲੋਜਿਸਟ ਤੇ ਦੇਸ਼ ਦੇ ਕਲੀਨਿਕਲ ਮਾਮਲਿਆਂ ਦੇ ਮਾਹਰ ਡਾਕਟਰ ਸਟੀਫਨ ਫ੍ਰੈਂਕੇਲ ਨੇ ਦੱਸਿਆ ਕਿ ਸਤੰਬਰ 2021 ਵਿੱਚ ਕਾਈਜ਼ਰ ਫੈਮਿਲੀ ਫਾਊਂਡੇਸ਼ਨ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਵਿੱਚ 8.37 ਕਰੋੜ ਲੋਕ ਅਜਿਹੇ ਖੇਤਰ ਵਿੱਚ ਰਹਿੰਦੇ ਨੇ ਜਿੱਥੇ ਮੁੱਢਲਾ ਇਲਾਜ ਵੀ ਨਹੀਂ ਮਿਲਦਾ। ਇਸ ਨੂੰ ਦੂਰ ਕਰਨ ਲਈ 14,800 ਤੋਂ ਵੱਧ ਡਾਕਟਰਾਂ ਦੀ ਲੋੜ ਹੈ। ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਉਹਨਾਂ ਨੂੰ ਇਸ ਗੱਲ ਦਾ ਬਹੁਤ ਘੱਟ ਖਦਸ਼ਾ ਹੈ ਕਿ ਜੇਕਰ ਸੰਸਦ ਦੀ ਸਪੀਕਰ ਨੈਂਸੀ ਪੈਲੋਸੀ ਆਉਣ ਵਾਲੇ ਦਿਨਾਂ 'ਚ ਤਾਇਵਾਨ ਦੀ ਯਾਤਰਾ ਤੇ ਜਾਂਦੀ ਹੈ ਤਾਂ ਚੀਨ ਉਹਨਾਂ ਦੇ ਜਹਾਜ਼ ਤੇ ਹਮਲਾ ਕਰ ਸਕਦੇ ਨੇ। ਉਹਨਾਂ ਨੇ ਕਿਹਾ ਕਿ ਹਾਲਾਂਕਿ ਪੈਂਟਾਗਨ ਕਿਸੇ ਵੀ ਸੰਕਟ ਨਾਲ ਨਜਿੱਠਣ ਲਈ ਯੋਜਨਾਵਾਂ ਬਣਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਪੈਲੋਸੀ ਦੀ ਤਾਇਵਾਨ ਯਾਤਰਾ ਦੌਰਾਨ ਕਿਸੇ ਵੀ ਹਾਦਸੇ, ਗਲਤ ਕਦਮ ਜਾਂ ਗਲਤਫਹਿਮੀ ਨਾਲ ਉਹਨਾਂ ਦੀ ਸੁਰੱਖਿਆ ਨੂੰ ਖਤਰਾ ਪੈਦਾ ਹੋ ਸਕਦਾ ਹੈ। ਇਸ ਲਈ ਪੈਂਟਾਗਨ ਸੰਭਾਵਤ ਹੰਗਾਮੀ ਸਥਿਤੀ ਲਈ ਯੋਜਨਾਵਾਂ ਬਣਾ ਰਿਹਾ। ਦੱਸਿਆ ਕਿ ਜੇਕਰ ਪੈਲੋਸੀ ਤਾਇਵਾਨ ਦੀ ਯਾਤਰਾ ਕਰਦੀ ਹੈ ਤਾਂ ਫੌਜ ਹਿੰਦ ਪ੍ਰਸ਼ਾਂਤ ਖੇਤਰ 'ਚ ਆਪਣੀਆਂ ਗਤੀਵਿਧੀਆਂ ਵਧਾ ਦੇਗੀ। ਉਹਨਾਂ ਨੇ ਵੇਰਵਿਆਂ ਦੀ ਜਾਣਕਾਰੀ ਦੇਣ ਤੋਂ ਇਨਕਾਰ ਕੀਤਾ, ਪਰ ਕਿਹਾ ਕਿ ਤਾਇਵਾਨ ਯਾਤਰਾ ਦੌਰਾਨ ਉਹਨਾਂ ਦੇ ਜਹਾਜ਼ਾਂ ਨੂੰ ਸੁਰੱਖਿਆ ਦੇਣ 'ਚ ਲੜਾਕੂ ਜਹਾਜ਼ਾਂ, ਜਹਾਜ਼ ਨਿਗਰਾਨੀ ਉਪਕਰਨਾਂ ਅਤੇ ਹੋਰ ਪ੍ਰਣਾਲੀਆਂ ਦੀ ਵਰਤੋਂ ਕੀਤੇ ਜਾਣ ਦੀ ਸੰਭਾਵਨਾ ਹੈ। ਉਹਨਾਂ ਨੇ ਦੱਸਿਆ ਕਿ ਕਿਸੇ ਵੀ ਸੀਨੀਅਰ ਅਮਰੀਕੀ ਨੇਤਾ ਦੀ ਵਿਦੇਸ਼ ਯਾਤਰਾ ਦੌਰਾਨ ਵਾਧੂ ਸੁਰੱਖਿਆ ਦੀ ਲੋੜ ਹੁੰਦੀ ਹੈ। ਅਧਿਕਾਰੀਆਂ ਨੇ ਇਸ ਹਫ਼ਤੇ ਕਿਹਾ ਸੀ ਕਿ ਪੈਲੋਸੀ ਜੇਕਰ ਤਾਇਵਾਨ ਦੀ ਯਾਤਰਾ ਕਰਦੀ ਹੈ ਤਾਂ 1997 ਦੇ ਕਿਸੇ ਚੋਟੀ ਦੇ ਅਮਰੀਕੀ ਚੁਣੇ ਗਏ ਪ੍ਰਤੀਨਿਧੀ ਦੀ ਇਸ ਟਾਪੂ ਦੇਸ਼ ਦੀ ਪਹਿਲੀ ਯਾਤਰਾ ਹੋਏਗੀ ਅਤੇ ਇਸ ਦੌਰਾਨ ਸੁਰੱਖਿਆ ਵਿਵਸਥਾ ਹੋਰ ਮਜ਼ਬੂਤ ਹੋਏਗੀ। ਪੈਲੋਸੀ ਦੀ ਤਾਇਵਾਨੀ ਯਾਤਰਾ ਨੂੰ ਲੈ ਕੇ ਫੌਜ ਦੀਆਂ ਤਿਆਰੀਆਂ ਦੇ ਬਾਰੇ ਅਮਰੀਕਾ ਦੇ ਸੰਯੁਕਤ ਆਫ ਸਟਾਫ ਦੇ ਮੁਖੀ ਜਨਰਲ ਮਾਰਕ ਮਿਲੇ ਨੇ ਬੁੱਧਵਾਰ ਨੂੰ ਕਿਹਾ ਕਿ ਕਿਸੇ ਵਿਸ਼ੇਸ਼ ਯਾਤਰਾ ਤੇ ਚਰਚਾ ਕਰਨੀ ਬਹੁਤ ਜਲਦਬਾਜ਼ੀ ਹੋਏਗੀ। ਭਾਰਤ ਦੇ ਇੰਦਰਮੀਤ ਸਿੰਘ ਗਿੱਲ ਨੂੰ ਵਰਲਡ ਬੈਂਕ ਦਾ ਮੁੱਖ ਅਰਥਸ਼ਾਸਤਰੀ ਬਣਾਇਆ ਗਿਆ ਹੈ। ਉਹਨਾਂ ਦੀ ਨਿਯੁਕਤੀ 1 ਸਤੰਬਰ 2022 ਤੋਂ ਲਾਗੂ ਹੋਏਗੀ। ਗਿੱਲ ਇਸ ਅਹੁਦੇ ਤੇ ਨਿਯੁਕਤ ਹੋਣ ਵਾਲੇ ਦੂਜੇ ਭਾਰਤੀ ਬਣ ਗਏ ਨੇ। ਉਹਨਾਂ ਤੋਂ ਪਹਿਲਾਂ ਕੌਸ਼ਿਕ ਵਾਸੂ 2012 ਤੋਂ 2016 ਤੱਕ ਇਸ ਅਹੁਦੇ ਤੇ ਰਹੇ ਸਨ। ਗਿੱਲ ਨੂੰ ਮੁੱਖ ਅਰਥਸ਼ਾਸਤਰੀ ਦੇ ਨਾਲ-ਨਾਲ ਡਿਵੈਲਪਮੈਂਟ ਇਕਨੋਮਿਕਸ ਦੇ ਸੀਨੀਅਰ ਮੀਤ ਪ੍ਰਧਾਨ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਹੈ। ਵਰਲਡ ਬੈਂਕ ਦੇ ਪ੍ਰਧਾਨ ਡੇਵਿਡ ਮਲਪਾਸ ਦੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਗਿਆ ਕਿ ਇੰਦਰਮੀਤ ਸਿੰਘ ਗਿੱਲ ਨੂੰ ਵਿਕਾਸ, ਕਰੀਬੀ ਇੰਸਟੀਟਿਊਸ਼ਨਸ, ਕਨਫਲਿਕਟ ਅਤੇ ਕਲਾਈਮੇਟ ਚੇਂਜ ਜਿਹੇ ਮੁੱਦਿਆਂ ਤੇ ਸਰਕਾਰ ਨਾਲ ਕੰਮ ਕਰਨ ਦਾ ਵਿਆਪਕ ਤਜਰਬਾ ਹੈ। ਉਹਨਾਂ ਦੇ ਇਹਨਾਂ ਤਜਰਬਿਆਂ ਦਾ ਵਰਲਡ ਬੈਂਕ ਨੂੰ ਚੰਗਾ ਲਾਭ ਮਿਲੇਗਾ। ਉਹ ਕਾਰਮਨ ਰੇਨਹਾਰਟ ਦੀ ਥਾਂ ਇਹ ਅਹੁਦਾ ਸੰਭਾਲਣਗੇ। ਵਿਦੇਸ਼ ਤੋਂ ਇੱਥੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਵਿਖੇ ਪਰਤੇ ਇੱਕ ਯਾਤਰੂ 'ਚ ਮੰਕੀ ਪੌਕਸ ਨਾਲ ਮਿਲਦੇ ਜੁਲਦੇ ਲੱਛਣ ਮਿਲੇ ਨੇ। ਮਿਲੇ ਵੇਰਵਿਆਂ ਅਨੁਸਾਰ ਜਦੋਂ ਇੱਥੇ ਰਾਜਾ ਸਾਂਸੀ ਸਥਿਤ ਉਕਤ ਹਵਾਈ ਅੱਡੇ ਤੇ
ਪੁੱਜਣ ਵਾਲੇ ਯਾਤਰੂਆਂ ਦੀ ਥਰਮਲ ਸਕਰੀਨਿੰਗ ਕੀਤੀ ਜਾ ਰਹੀ ਸੀ ਤਾਂ ਉਕਤ ਯਾਤਰੂ ਨੂੰ ਸ਼ੱਕੀ ਮਰੀਜ਼ ਪਾਇਆ ਗਿਆ। ਹਵਾਈ ਅੱਡਾ ਅਥਾਰਟੀ ਵੱਲੋਂ ਇਸ ਦੀ ਸੂਚਨਾ ਤੁਰੰਤ ਸਿਹਤ ਵਿਭਾਗ ਨੂੰ ਦਿੱਤੀ ਗਈ, ਜਿਨ੍ਹਾਂ ਵਿੱਚ ਯਾਤਰੂ ਨੂੰ ਵਿਸਥਾਰਤ ਜਾਂਚ ਲਈ ਸਰਕਾਰੀ ਮੈਡੀਕਲ ਕਾਲਜ ਤੇ ਗੁਰੂ ਨਾਨਕ ਦੇਵ ਹਸਪਤਾਲ ਲਿਆਂਦਾ ਗਿਆ। ਇਸ ਯਾਤਰੂ ਦੇ ਚਮੜੀ ਰੋਗ ਮਾਹਿਰਾਂ ਵੱਲੋਂ ਜਾਂਚ ਕੀਤੀ ਗਈ ਹੈ ਤੇ ਮਰੀਜ਼ ਦੇ ਪੂਰੀ ਤਰ੍ਹਾਂ ਤੰਦਰੁਸਤ ਹੋਣ ਕਾਰਨ ਉਸ ਨੂੰ ਕਿਸੇ ਵਿਸ਼ੇਸ਼ ਇਲਾਜ ਦੀ ਲੋੜ ਨਹੀਂ ਹੈ ਅਤੇ ਮੈਡੀਕਲ ਮਾਹਿਰਾਂ ਵੱਲੋਂ ਉਸ ਨੂੰ ਫਿਲਹਾਲ ਨਿਗਰਾਨੀ ਹੇਠ ਰੱਖਿਆ ਗਿਆ। ਪੁਸ਼ਟੀ ਕਰਦਿਆਂ ਮੈਡੀਕਲ ਸੁਪਰਡੈਂਟ ਡਾਕਟਰ ਕੇ.ਡੀ. ਸਿੰਘ ਨੇ ਦੱਸਿਆ ਕਿ ਜੇਕਰ ਲੋੜ ਪਈ ਤਾਂ ਉਸ ਦੇ ਨਮੂਨੇ ਲੈ ਕੇ ਵਿਸਥਾਰਤ ਜਾਂਚ ਕੀਤੀ ਜਾਏਗੀ। ਕੈਨੇਡਾ ਦੀ ਮੁੱਖ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਜਲਦੀ ਆਪਣਾ ਨਵਾਂ ਨੇਤਾ ਚੁਣਨ ਜਾ ਰਹੀ ਹੈ। ਪੈਟਰਿਕ ਬਰਾਊਨ ਦੇ ਬਾਹਰ ਹੋਣ ਮਗਰੋਂ ਲੀਡਰਸ਼ਿਪ ਦੌੜ ਵਿੱਚ ਹੁਣ 5 ਉਮੀਦਵਾਰ ਬਾਕੀ ਰਹਿ ਗਏ ਨੇ, ਜਿਨ੍ਹਾਂ ਵਿੱਚੋਂ ਪਿਆਰ ਨੂੰ ਮਜ਼ਬੂਤ ਉਮੀਦਵਾਰ ਮੰਨਿਆ ਜਾ ਰਿਹਾ ਹੈ। ਉਧਰ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਵੀ ਪਿਆਰ ਦਾ ਸਮਰਥਨ ਕਰਦਿਆਂ ਉਹਨਾਂ ਨੂੰ ਕੰਜ਼ਰਵੇਟਿਵ ਪਾਰਟੀ ਲਈ ਸਹੀ ਨੇਤਾ ਦੱਸਿਆ। ਸਾਬਕਾ ਕੰਜ਼ਰਵੇਟਿਵ ਪੀਐਮ ਸਟੀਫਨ ਹਾਰਪਰ ਨੇ ਪਾਰਟੀ ਦੀ ਸਿਆਸਤ ਬਾਰੇ ਕਈ ਸਾਲਾਂ ਮਗਰੋਂ ਆਪਣੀ ਚੁੱਪੀ ਤੋੜੀ ਹੈ। ਹਾਲਾਂਕਿ ਟੋਰੀਆ ਦਾ ਨੇਤਾ ਚੁਣਨ ਲਈ 2017 ਅਤੇ 2020 ਦੀ ਲੀਡਰਸ਼ਿਪ ਦੌੜ ਵਿੱਚ ਉਹ ਸ਼ਾਮਲ ਨਹੀਂ ਹੋਏ ਸੀ, ਪਰ ਹੁਣ ਜਦੋਂ 2022 ਵਿੱਚ ਕੰਜ਼ਰਵੇਟਿਵ ਪਾਰਟੀ ਆਪਣਾ ਨਵਾਂ ਨੇਤਾ ਚੁਣਨ ਜਾ ਰਹੀ ਹੈ, ਅਜਿਹੇ ਸਮੇਂ ਸਟੀਫਨ ਹਾਰਪਰ ਨੇ ਟਵਿੱਟਰ ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹਨਾਂ ਨੇ ਪੀਅਰ ਪੋਇਲਵੈਰਾ ਤੇ ਭਰੋਸਾ ਜਤਾਇਆ। ਉਹਨਾਂ ਨੇ ਕਿਹਾ ਕਿ ਲੀਡਰਸ਼ਿਪ ਦੌੜ ਵਿੱਚ 5 ਉਮੀਦਵਾਰ ਸ਼ਾਮਲ ਨੇ, ਪਰ ਇਹਨਾਂ ਵਿੱਚੋਂ ਉਹਨਾਂ ਨੂੰ ਸਭ ਤੋਂ ਮਜ਼ਬੂਤ ਅਤੇ ਯੋਗ ਉਮੀਦਵਾਰ ਪੋਇਲਵੈਰਾ ਹੀ ਲੱਗਦਾ ਹੈ, ਜੋ ਕਿ ਪਾਰਟੀ ਦੀ ਚੰਗੀ ਤਰ੍ਹਾਂ ਵਾਗਡੋਰ ਸੰਭਾਲ ਸਕਦਾ ਹੈ। ਬੀਤੇ ਦਿਨ ਕੈਨੇਡਾ ਦੇ ਸੂਬੇ ਅਲਬਰਟਾ ਦੇ ਐਡਮਿੰਟਨ ਸ਼ਹਿਰ ਵਿਖੇ ਇੱਕ ਭਾਰਤੀ ਮੂਲ ਦੇ 42 ਸਾਲਾ ਸਚਿਨ ਕਦਮ ਦੀ ਪਾਣੀ ਵਿੱਚ ਡੁੱਬਣ ਨਾਲ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ। ਦੱਸਣਯੋਗ ਹੈ ਕਿ 42 ਸਾਲਾ ਸਚਿਨ ਕਦਮ ਬਤੌਰ ਇੱਕ ਵੈਲਡਰ ਦਾ ਕੰਮ ਕਰਦਾ ਸੀ ਅਤੇ ਆਪਣੇ ਪਰਿਵਾਰ ਸਮੇਤ ਸਾਲ 2014 ਤੋਂ ਭਾਰਤ ਕੈਨੇਡਾ ਆਇਆ ਸੀ। ਆਈਲੈਂਡ ਲੇਕ ਵਿਖੇ ਪੈਡਲ ਬੋਟਿੰਗ ਕਰਦੇ ਹੋਏ ਉਸ ਦੀ ਡੁੱਬਣ ਨਾਲ ਮੌਤ ਹੋ ਗਈ ਅਤੇ ਉਹ ਆਪਣੇ ਪਿੱਛੇ ਇੱਕ ਛੋਟੀ ਬੇਟੀ ਅਤੇ ਪਤਨੀ ਨੂੰ ਛੱਡ ਗਏ। ਮ੍ਰਿਤਕ ਸਚਿਨ ਦੇ ਦੋਸਤਾਂ ਮੁਤਾਬਕ ਉਹ ਇੱਕ ਵਧੀਆ ਤੈਰਾਕ ਅਤੇ ਮਿਲਣਸਾਰ ਇਨਸਾਨ ਸੀ। ਇੱਥੇ ਜ਼ਿਕਰ ਹੈ ਕਿ ਹਰ ਸਾਲ ਕੈਨੇਡਾ 'ਚ ਦਰਜਨਾਂ ਦੇ ਕਰੀਬ ਲੋਕਾਂ ਦੀਆਂ ਮੌਤਾਂ ਪਾਣੀ ਵਿੱਚ ਡੁੱਬਣ ਕਾਰਨ ਹੋ ਜਾਂਦੀਆਂ ਨੇ। ਕੈਨੇਡਾ 'ਚ 2 ਲੋਕਾਂ ਦੇ ਕਤਲ ਦੇ ਦੋਸ਼ ਵਿੱਚ ਭਾਰਤੀ ਮੂਲ ਦੇ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਨੇ ਮਾਮਲੇ ਵਿੱਚ ਗੈਂਗਵਾਰ ਹੋਣ ਦਾ ਖਦਸ਼ਾ ਜਤਾਇਆ। ਏਕੀਕ੍ਰਿਤ ਹੋਮਸਾਈਡ ਇਨਵੈਸਟੀਗੇਸ਼ਨ ਟੀਮ ਦੇ ਸਾਰਜੈਂਟ ਡੇਵਿਡ ਲੀ ਨੇ ਦੱਸਿਆ ਕਿ ਗੁਰਸਿਮਰਨ ਸਹੋਤਾ ਤੇ ਤਨਵੀਰ ਪੱਖ ਤੇ ਸੋਮਵਾਰ ਨੂੰ ਫਸਟ ਡਿਗਰੀ ਕਤਲ ਦਾ ਦੋਸ਼ੀ ਲਗਾਇਆ ਗਿਆ। ਮਨਿੰਦਰ ਧਾਲੀਵਾਲ ਅਤੇ ਸਤਿੰਦਰ ਗਿੱਲ ਦੀ ਐਤਵਾਰ ਨੂੰ ਵਿਲਸਰ ਦੇ ਬ੍ਰਿਟਿਸ਼ ਕੋਲੰਬੀਆ ਰਿਜ਼ੋਰਟ ਵਿਲੇਜ ਵਿੱਚ ਇੱਕ ਕਾਰ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਘਟਨਾ ਤੋਂ ਤੁਰੰਤ ਬਾਅਦ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਲੀ ਨੇ ਕਿਹਾ ਕਿ ਇਸ ਮਾਮਲੇ ਵਿੱਚ 3 ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ, ਪਰ ਉਹਨਾਂ ਦੀ ਸ਼ਮੂਲੀਅਤ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਕੈਨੇਡਾ 'ਚ 10 ਦਿਨ ਪਹਿਲਾਂ ਹੋਏ ਭਾਰਤੀ ਮੂਲ ਦੇ ਰੀਪੂ ਦਮਨ ਸਿੰਘ ਮਲਿਕ ਦੇ ਕਤਲ ਦਾ ਮਾਮਲਾ ਅਜੇ ਸੁਲਝਿਆ ਨਹੀਂ ਸੀ ਕਿ ਇਸ ਦੋਹਰੇ ਕਤਲ ਨੇ ਪੁਲਿਸ ਦੀ ਸਿਰਦਰਦੀ ਵਧਾ ਦਿੱਤੀ ਹੈ। ਪਿਛਲੇ ਕਈ ਹਫ਼ਤਿਆਂ ਤੋਂ ਯੂਰਪੀ ਦੇਸ਼ਾਂ ਨੂੰ ਝੁਲਸ ਰਹੀ ਭਿਆਨਕ ਗਰਮੀ ਅਤੇ ਜੰਗਲਾਂ ਦੀ ਅੱਗ ਹੁਣ ਪੈਰਿਸ ਤੱਕ ਪਹੁੰਚ ਗਈ ਹੈ। ਦੱਖਣੀ ਪੂਰਬੀ ਫਰਾਂਸ ਦੇ ਅਰਦੇਸ਼ 'ਚ ਜੰਗਲੀ ਖੇਤਰ 'ਚ ਭਿਆਨਕ ਅੱਗ ਲੱਗ ਗਈ ਹੈ। ਦੱਖਣੀ ਫਰਾਂਸ ਵਿੱਚ 900 ਹੈਕਟੇਅਰ ਪਾਈਨ ਜੰਗਲ ਨੂੰ ਤਬਾਹ ਕਰ ਦੇਣ ਵਾਲੀ ਅੱਗ ਤੇ ਕਾਬੂ ਪਾਉਣ ਲਈ 500 ਤੋਂ ਵੱਧ ਫਾਇਰ ਫਾਈਟਰਸ ਨੂੰ ਤਾਇਨਾਤ ਕੀਤਾ ਗਿਆ ਤੇ ਸਥਾਨਕ ਲੋਕਾਂ ਨੂੰ ਉੱਥੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਫਰਾਂਸ ਦੇ ਰੋਜ਼ਾਨਾ ਅਖਬਾਰ ਲੇ ਫਿਗਾਰੋ ਨੇ ਇਹ ਜਾਣਕਾਰੀ ਦਿੱਤੀ ਹੈ। ਸਥਾਨਕ ਅਧਿਕਾਰੀਆਂ ਦੇ ਅਨੁਸਾਰ ਮੁੱਖ ਅੱਗ ਅਰਦਾਰੇ ਨਦੀ ਦੇ ਨੇੜੇ ਖੇਤਰ ਤੋਂ ਸ਼ੁਰੂ ਹੋਈ ਅਤੇ ਹੁਣ ਬੋਗ ਸ਼ਹਿਰ ਵੱਲ ਵੱਧ ਰਹੀ ਹੈ, ਜਿੱਥੇ ਅਰਧਚੇ ਫਾਇਰ ਫਾਈਟਰ ਸਥਿਤ ਨੇ। ਅਧਿਕਾਰੀਆਂ ਨੇ ਕਿਹਾ ਕਿ ਅੱਗ ਤੋਂ ਕੋਈ ਵੀ ਬਸਤੀ ਖਤਰੇ ਵਿੱਚ ਨਹੀਂ ਸੀ ਅਤੇ WE ਦਾ ਉਦਯੋਗਿਕ ਖੇਤਰ ਸੁਰੱਖਿਅਤ ਸੀ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਕਈ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਨੇ ਅਤੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਚੀਨ ਦੇ ਵੁਹਾਨ ਸ਼ਹਿਰ ਵਿੱਚ ਇੱਕ ਵਾਰ ਫਿਰ ਕੋਰੋਨਾ ਵਾਇਰਸ ਨੇ ਦਸਤਕ ਦੇ ਦਿੱਤੀ ਹੈ। ਇਸ ਸ਼ਹਿਰ ਦੇ ਇੱਕ ਜ਼ਿਲ੍ਹੇ ਵਿੱਚ ਕੋਰੋਨਾ ਦੇ 4 ਨਵੇਂ ਮਰੀਜ਼ ਮਿਲੇ ਨੇ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਸਾਵਧਾਨੀ ਵਰਤਦੇ ਹੋਏ 10 ਲੱਖ ਲੋਕਾਂ ਨੂੰ ਘਰਾਂ ਵਿੱਚ ਕੈਦ ਕਰ ਦਿੱਤਾ ਹੈ। ਵੁਹਾਨ ਉਹੀ ਸ਼ਹਿਰ ਹੈ ਜਿੱਥੇ 2019 ਦੇ ਆਖਰੀ ਮਹੀਨਿਆਂ ਵਿੱਚ ਕੋਰੋਨਾ ਵਾਇਰਸ ਦੇ ਸਭ ਤੋਂ ਪਹਿਲੇ ਮਾਮਲੇ ਦਰਜ ਕੀਤੇ ਗਏ ਸੀ। ਇਸੇ ਸ਼ਹਿਰ ਤੋਂ ਕੋਰੋਨਾ ਵਾਇਰਸ ਦਾ ਇਨਫੈਕਸ਼ਨ ਪੂਰੀ ਦੁਨੀਆ ਵਿੱਚ ਫੈਲਿਆ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਲੱਖਾਂ ਲੋਕਾਂ ਦੀ ਜਾਨ ਲੈ ਚੁੱਕਾ ਹੈ। ਵੁਹਾਨ ਦੇ ਜ਼ਿੰਗਿਆਂਗਸਿਆ ਜ਼ਿਲ੍ਹੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੇ ਕੋਰੋਨਾ ਦੇ 4 ਮਾਮਲਿਆਂ ਦਾ ਪਤਾ ਲਗਾਉਣ ਤੋਂ ਬਾਅਦ 9,70,000 ਤੋਂ ਜ਼ਿਆਦਾ ਲੋਕਾਂ ਦੀ ਆਬਾਦੀ ਵਾਲੇ ਮੁੱਖ ਸ਼ਹਿਰੀ ਖੇਤਰ ਵਿੱਚ ਅਗਲੇ 3 ਦਿਨ ਲਈ ਲਾਕਡਾਊਨ ਵਿੱਚ ਵੱਡੇ ਸਮਾਰੋਹਾਂ ਤੇ ਤਤਕਾਲ ਪਾਬੰਦੀ ਵੀ ਲਗਾ ਦਿੱਤੀ ਹੈ। ਸਾਰੇ ਧਾਰਮਿਕ ਸਥਾਨਾਂ ਨੂੰ ਬੰਦ ਕਰ ਦਿੱਤਾ ਗਿਆ ਤੇ ਧਾਰਮਿਕ ਸਰਗਰਮੀਆਂ ਤੇ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਨੇ। ਸਿੱਖਿਆ ਸੰਸਥਾਨਾਂ ਤੇ ਸੈਰ ਸਪਾਟਾ ਨੂੰ ਆਕਰਸ਼ਿਤ ਕਰਨ ਵਾਲੇ ਇਵੈਂਟਸ ਨੂੰ ਵੀ ਰੋਕ ਦਿੱਤਾ ਗਿਆ। ਅਧਿਕਾਰੀਆਂ ਨੇ 4 ਉੱਚ ਜੋਖਮ ਵਾਲੇ ਇਲਾਕਿਆਂ ਦੀ ਵੀ ਪਛਾਣ ਦਿੱਤੀ ਹੈ, ਜਿੱਥੋਂ ਦੇ ਨਿਵਾਸੀਆਂ ਦੇ ਘਰ ਛੱਡਣ ਤੇ ਪਾਬੰਦੀ ਹੈ। ਇਸ ਤੋਂ ਇਲਾਵਾ
ਚਾਰ ਥਾਵਾਂ ਦੀ ਪਛਾਣ ਮੱਧਮ ਜੋਖਮ ਵਾਲੇ ਇਲਾਕਿਆਂ ਦੇ ਰੂਪ ਵਿੱਚ ਕੀਤੀ ਗਈ ਹੈ। ਚੀਨ ਦੇ ਨਿਵਾਸੀਆਂ ਨੂੰ ਆਪਣੀ ਸੁਸਾਇਟੀ ਜਾਂ ਘਰਾਂ ਦੇ ਕੰਪਾਊਂਡ ਤੋਂ ਬਾਹਰ ਨਿਕਲਣ ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਚੀਨ ਵਿੱਚ ਇਹਨਾਂ ਪਾਬੰਦੀਆਂ ਦਾ ਉਦੇਸ਼ ਲੋਕਾਂ ਦੀ ਆਵਾਜਾਈ ਨੂੰ ਹੋਰ ਘੱਟ ਕਰਨਾ, ਇਨਫੈਕਸ਼ਨ ਦੇ ਜੋਖਮ ਨੂੰ ਘੱਟ ਕਰਨਾ ਤੇ ਘੱਟ ਤੋਂ ਘੱਟ ਸਮੇਂ ਵਿੱਚ ਜ਼ੀਰੋ ਕੋਵਿਡ ਟੀਚੇ ਨੂੰ ਪ੍ਰਾਪਤ ਕਰਨਾ ਹੈ। ਭਾਰਤ ਦੇ ਆਜ਼ਾਦੀ ਦਿਵਸ ਦੇ ਮੌਕੇ ਤੇ ਅੱਤਵਾਦੀ ਹਮਲੇ ਦਾ ਖੂਫੀਆ ਅਲਰਟ ਹੈ। ਖਾਸ ਗੱਲ ਇਹ ਹੈ ਕਿ ਇਸ ਵਾਰ ਇਹਨਾਂ ਤਿੰਨਾਂ ਦਾ ਖੂਫੀਆ ਅਲਰਟ ਹੈ। ਇਸ ਦੇ ਆਧਾਰ ਤੇ ਸੁਰੱਖਿਆ ਏਜੰਸੀਆਂ ਚੌਕਸੀ ਵਰਤ ਰਹੀਆਂ ਨੇ। ਦਰਅਸਲ ਇਸ ਵਾਰ ਸੁਰੱਖਿਆ ਏਜੰਸੀਆਂ ਨੂੰ ਆਜ਼ਾਦੀ ਦਿਵਸ ਨੂੰ ਲੈ ਕੇ ਅਲੱਗ-ਅਲੱਗ ਤਰ੍ਹਾਂ ਦੇ ਸੰਭਾਵਿਤ ਖਤਰੇ ਤੋਂ ਚੌਕਸ ਰਹਿਣ ਲਈ ਕਿਹਾ ਗਿਆ। ਇਸ ਵਿੱਚ ਤਕਨੀਕ ਦੇ ਇਸਤੇਮਾਲ ਨੂੰ ਲੈ ਕੇ ਲਾਂਚਿੰਗ ਪੈਡ ਅਤੇ ਅੱਤਵਾਦੀ ਦੀ ਘੁਸਪੈਠ ਕਰਨ ਦੀ ਗੱਲ ਸਾਹਮਣੇ ਆਈ ਹੈ। ਪਹਿਲਾ ਅਲਰਟ ਡਰੋਨ ਅਟੈਕ ਕਰਕੇ ਤਬਾਹੀ ਮਚਾਉਣ ਦਾ ਹੈ। ਖੂਫੀਆ ਅਲਰਟ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਅੱਤਵਾਦੀ ਇਸ ਦੇ ਲਈ POK ਵਿੱਚ ਡਰੋਨ ਰਾਹੀਂ ਨਿਸ਼ਾਨਾ ਲਗਾਉਣ ਦਾ ਅਭਿਆਸ ਕਰ ਰਹੇ ਨੇ। ਦੂਜਾ ਅਲਰਟ ਇਹ ਹੈ ਕਿ ਅੱਤਵਾਦੀ ਮੈਟਲ ਡਿਟੈਕਟਰ ਨੂੰ ਚਮਕਾ ਦੇਣ ਵਾਲੇ IED ਦਾ ਇਸਤੇਮਾਲ ਕਰਕੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦੇ ਨੇ। ਤੀਜੇ ਅਲਰਟ ਵਿੱਚ ਅੱਤਵਾਦੀਆਂ ਦਾ ਇੱਕ ਜਥਾ POK ਵਿੱਚ ਕੋਟਲ ਨਾਂ ਦੇ ਲਾਂਚਿੰਗ ਪੈਡ ਤੇ, ਜਦਕਿ ਦੂਜਾ POK ਵਿੱਚ ਡਟੋਟੇ ਨਾਂ ਦੇ ਲਾਂਚਿੰਗ ਪੈਡ ਤੇ ਘੁਸਪੈਠ ਕਰਕੇ ਦਿੱਲੀ ਪੁੱਜਣ ਦੀ ਤਾਕ ਛੋਣ ਦਾ ਜ਼ਿਕਰ ਹੈ। ਖੁਫੀਆ ਅਲਰਟ ਵਿੱਚ ਸੁਰੱਖਿਆ ਏਜੰਸੀਆਂ ਨੂੰ ਨਿਰਦੇਸ਼ ਦਿੱਤੇ ਗਏ ਨੇ ਕਿ ਕੋਈ ਸ਼ੱਕੀ ਚੀਜ਼ ਮਿਲੇ ਤਾਂ ਉਸ ਦੀ ਬੇਹੱਦ ਸਾਵਧਾਨੀ ਨਾਲ ਜਾਂਚ ਕਰਨ। ਜੇਕਰ ਬੰਬ ਹੋਵੇ ਤਾਂ ਉਸ ਨੂੰ ਨਕਾਰ ਕਰਨ ਵਿੱਚ ਚੌਕਸੀ ਵਰਤਣ, ਕਿਉਂਕਿ IED ਮੈਟਲ ਡਿਟੈਕਟਰ ਨੂੰ ਵੀ ਚਮਕਾ ਦੇ ਸਕਦਾ ਹੈ। ਇਸ ਲਈ ਜੋ ਪੁਲਿਸ ਕਰਮੀ ਮੈਟਲ ਡਿਟੈਕਟਰ ਤੇ ਤਾਇਨਾਤ ਨੇ ਉਹ ਵੀ ਖਾਸ ਚੌਕਸੀ ਵਰਤਣ। ਅਸਮਾਨੀ ਹਮਲੇ ਦਾ ਖੂਫੀਆ ਇਨਪੁਟ ਮਿਲਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਅਲਰਟ ਮੋਡ ਤੇ ਨੇ। ਡਰੋਨ ਹਮਲੇ ਨੂੰ ਦੇਖਦੇ ਹੋਏ ਪੂਰੀ ਚੌਕਸੀ ਵਰਤੀ ਜਾ ਰਹੀ ਹੈ। ਹਵਾ ਵਿੱਚ ਉੱਡਣ ਵਾਲੀ ਚੀਜ਼ਾਂ ਤੇ ਸੁਰੱਖਿਆ ਕਰਮੀਆਂ ਦੀ ਨਜ਼ਰ ਨੇ। ਦਿੱਲੀ ਪੁਲਿਸ ਨੇ ਹਵਾ ਵਿੱਚ ਉੱਡਣ ਵਾਲੀ ਚੀਜ਼ ਤੇ ਰੋਕ ਲਗਾਉਣ ਦਾ ਆਦੇਸ਼ ਜਾਰੀ ਕੀਤਾ ਹੈ। ਖੂਫੀਆ ਅਲਰਟ ਵਿੱਚ ਸਾਫ਼ ਕਿਹਾ ਗਿਆ ਹੈ ਕਿ ਅੱਤਵਾਦੀਆਂ ਦੇ ਰਡਾਰ ਤੇ ਮਹੱਤਵਪੂਰਨ ਸਿਕਿਉਰਿਟੀ ਇੰਸਟਾਲੇਸ਼ਨ ਆਰਮੀ ਦੀ ਫਾਰਵਰਡ ਪੋਸਟ ਹੈ। ਇਸ ਤੋਂ ਇਲਾਵਾ ਅੱਤਵਾਦੀ ਜਵਾਨਾਂ ਨੂੰ ਵੀ ਟਾਰਗੇਟ ਬਣਾ ਸਕਦੇ ਨੇ। ਇਹ ਅਲਰਟ ਸੁਰੱਖਿਆ ਏਜੰਸੀਆਂ ਨੇ ਦਿੱਲੀ ਪੁਲਿਸ, GRP, ਲੋਕਲ ਪੁਲਿਸ ਅਤੇ ਕਈ ਪ੍ਰਦੇਸ਼ਾਂ ਦੀ ਖੂਫੀਆ ਇਕਾਈਆਂ ਨੂੰ ਭੇਜੇ ਨੇ। ਇਸ ਤੋਂ ਬਾਅਦ ਹੀ ਚੌਕਸੀ ਹੋਰ ਸਖਤ ਕਰ ਦਿੱਤੀ ਗਈ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨੂ ਦਿਓ ਆ ਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।